This show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਮੁੱਖ ਮੰਤਰੀ ਪੰਜਾਬ ਫੇਸਬੁੱਕ ਤੇ ਹੋਏ ਲਾਈਵ ਕਈ ਅਹਿਮ ਮੁੱਦਿਆਂ ਤੇ ਕੀਤੀ ਚਰਚਾ। ਪੰਜਾਬ ਦੀ ਸਿਆਸਤ 'ਚ ਸਿੱਧੂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹੋਈਆਂ ਤੇਜ਼। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹਨ ਪਾਰਟੀ ਦਾ ਹਿੱਸਾ। ਅੰਮ੍ਰਿਤਸਰ 'ਚ ਨੌਜਵਾਨਾਂ ਵੱਲੋਂ ਖੌਫਨਾਕ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। ਨੌਜਵਾਨ ਦੀ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ। ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ। ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦਿਆਂ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਬਿਜਾਈ। ਮਾਨਸਾ ਦੇ ਪਿੰਡ ਪੈਣੀ ਬਾਗਾ ਵਿੱਚ ਕੀਤੀ ਝੋਨੇ ਦੀ ਬਿਜਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇੱਕ ਦੇਸ਼ ਇੱਕ ਮੰਡੀ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਫੇਸਬੁੱਕ ਲਾਈਵ ਤੇ ਜਨਤਾ ਨਾਲ ਰੂਬਰੂ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਉਹਨਾਂ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦਾ ਢਿੱਡ ਭਰਨ ਦੇ ਨਾਲ ਅਨਾਜ ਭੰਡਾਰ ਵੀ ਭਰਦੇ ਆਏ ਨੇ। ਲਿਹਾਜ਼ਾ ਕੇਂਦਰ ਵੱਲੋਂ ਅਜਿਹੇ ਸਮੇਂ ਵਿੱਚ ਲਿਆ ਗਿਆ ਇੱਕ ਦੇਸ਼ ਇੱਕ ਮੰਡੀ ਦਾ ਫੈਸਲਾ ਗਲਤ ਹੈ। ਉਹਨਾਂ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦੀ ਗੱਲ ਵੀ ਆਖੀ। ਸਰਕਾਰ ਨੇ ਇੱਕ ਸਾਡੇ ਐਗਰੀਕਲਚਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਬਿਲਕੁਲ ਅਸੀਂ ਨਹੀਂ ਇਹ ਕਰਨ। ਦੇਖੋ, ਆੜ੍ਹਤੀਆਂ ਦਾ ਔਰ ਕਿਸਾਨਾਂ ਦੀ ਬੜਾ ਇੱਕ ਰਿਸ਼ਤਾ ਹੈ, ਉਹ ਰਿਸ਼ਤਾ ਕਾਇਮ ਰੱਖਣਾ ਹੈ। ਸਾਡੇ MSP ਜਿਹੜੀ ਜਿਹਨੇ ਇਸ ਦੇਸ਼ ਨੂੰ ਬਚਾਇਆ। ਇੱਕ ਸਮੇਂ ਹੁੰਦਾ ਸੀ ਜਦੋਂ ਅਸੀਂ ਭੀਖ ਮੰਗਦੇ ਸੀ ਅਮਰੀਕਾ ਤੋਂ, ਔਰ PL480 ਇੱਕ ਫੰਡ ਸੀ, ਉਹ ਸਾਨੂੰ ਉੱਥੋਂ ਉਧਾਰਾ ਦਿੰਦੇ ਸੀ ਔਰ ਉਹ ਪੈਸੇ ਜਮ੍ਹਾਂ ਕਰਕੇ ਉਰੇ ਪਤਾ ਨਹੀਂ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਸੀ ਅਮਰੀਕਨ। ਔਰ ਫਿਰ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੀਂ ਝੋਨੇ ਕੱਢੇ, ਨਵੇਂ ਸਾਡੀ ਕਣਕਾਂ ਕੱਢੀਆਂ ਔਰ ਉਹਦੇ ਨਾਲ ਸਾਡੀ ਆਪਣੀ ਪੈਦਾਵਾਰ ਹੋਣ ਲੱਗੀ। ਔਰ ਇਹ ਛੋਟਾ ਜਿਹਾ ਪੰਜਾਬ 2.5% ਦੀ ਧਰਤੀ ਇਹਨੇ ਦੇਸ਼ ਨੂੰ ਬਚਾਇਆ ਔਰ ਇਹ ਅੰਨ ਦਾ ਭੰਡਾਰ ਭਰਤੇ ਸਾਰੇ। ਔਰ ਹੁਣ ਉਹ ਜਿਹੜੀ MSP ਦੇਣ ਲੱਗੇ ਸੀ ਉਹ ਵੀ ਬੰਦ ਕਰਨ ਦੀ ਗੱਲਾਂ ਕਰ ਰਹੇ ਨੇ। ਤੋ ਇਹ ਗੱਲਾਂ ਅਸੀਂ ਇਸ ਦੇ ਨਾਲ ਸਖਤੀ ਨਾਲ ਇਸ ਦੀ ਨਿਪਟਾਵਾਂਗੇ। ਅਸੀਂ ਕਾਨੂੰਨੀ ਵਿਵਸਥਾ ਵੀ ਕਰਾਂਗੇ ਔਰ ਮੈਂ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਾਂਗਾ ਕਿ ਇਹ ਪੰਜਾਬ ਦੇ ਨਾਲ ਇਹ ਗੱਲ ਠੀਕ ਨਹੀਂ। ਉਹ ਵੀ ਰਹੇ ਨੇ ਮੁੱਖ ਮੰਤਰੀ, 3 ਵਾਰ ਰਹੇ ਨੇ ਉੱਥੇ ਗੁਜਰਾਤ ਦੇ ਵਿੱਚ, ਔਰ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਸਾਨਾਂ ਦੀ ਸੋਚ ਕੀ ਹੈ ਔਰ ਕਿਸਾਨ ਕੈਸੀ ਕਿਸਾਨੀ ਕਰਦੇ ਨੇ। ਉੱਥੇ ਵੀ ਕਿਸਾਨੀ ਹੁੰਦੀ ਹੈ, ਲੇਕਿਨ ਸਾਡੀ ਤਾਂ ਕਿਸਾਨੀ ਨੇ ਤਾਂ ਦੇਸ਼ ਨੂੰ ਬਚਾਇਆ ਔਰ 60 ਸਾਲ ਤੋਂ ਇਹ ਕੰਮ ਚੱਲਦਾ ਰਿਹਾ। ਹੁਣ ਬਦਲਣ ਦਾ ਮਤਲਬ ਕੀ ਹੈ ਦੱਸੋ ਮੈਨੂੰ? ਕੋਈ ਮਤਲਬ ਨਹੀਂ। ਹੁਣ ਜਿਹੜੀ ਕਣਕ ਦੀ ਵਢਾਈ ਹੋਈ ਹੈ ਇੱਕ ਰਿਕਾਰਡ ਹੈ ਪੰਜਾਬ ਵਾਸਤੇ। ਲੋਕ ਕਹਿੰਦੇ ਨੇ ਪਿਛਲੇ ਸਾਲ ਨਾਲੋਂ ਘੱਟ ਹੈ, ਲੇਕਿਨ ਪਿਛਲੇ ਸਾਲ ਨਾਲੋਂ ਇਸ ਲਈ ਘੱਟ ਹੈ ਕਿ ਕਣਕ ਜਿਹੜੀ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਆ ਕੇ ਸਾਡੀ ਮੰਡੀਆਂ 'ਚ ਵਿਕਦੀ ਸੀ ਉਹ ਟਰੱਕ ਨਹੀਂ ਆਏ। ਲੇਕਿਨ ਜੋ ਸਾਡੀ ਪੈਦਾਵਾਰ ਹੋਈ ਹੈ ਪਿਛਲੇ ਸਾਲ ਔਰ ਐਤਕੀ ਆਪਣੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ। ਤਾਂ ਇਹ ਸਾਡੀ ਹਿੰਮਤ ਹੈ ਔਰ ਅਸੀਂ ਜੇ ਕਿਸਾਨਾਂ ਵਾਸਤੇ 24,000 ਕਰੋੜ ਤਾਂ ਆ ਚੁੱਕਿਆ, ਉਹਨਾਂ ਦੇ ਵਾਸਤੇ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਉਹ ਆਪਣੇ ਪਰਿਵਾਰਾਂ ਨੂੰ ਸਾਂਭਣ। ਲੇਕਿਨ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਪੰਜਾਬ ਨੇ ਔਰ ਇਹ ਇੱਥੇ ਅਸੀਂ ਇਹੋ ਜਿਹੇ ਹਾਲਾਤ ਨਹੀਂ ਦੇਖਣਾ ਚਾਹੁੰਦੇ ਜੈਸੇ ਪਹਿਲਾਂ ਹੁੰਦੇ ਸੀ, ਜੋ ਅਮਰੀਕਨਾਂ ਤੋਂ ਉਧਾਰੇ ਸਾਨੂੰ ਲੈਣਾ ਚਾਹੁੰਦੇ ਸੀ। ਤਾਂ ਜਿਹੜਾ ਕੰਮ ਪੰਜਾਬ ਕਰ ਰਿਹਾ ਹੈ ਉਹਦੇ 'ਚ ਵਿਘਨ ਪਾਉਣ ਦਾ ਫਾਇਦਾ ਕੀ ਹੈ? ਇਹੀ ਮੈਨੂੰ ਸੈਂਟਰ ਦੀ ਸਰਕਾਰ ਦੀ ਕੋਈ ਸਮਝ ਨਹੀਂ ਆਉਂਦੀ ਕਿ ਕਿਉਂ ਤੁਸੀਂ ਕਰ ਰਹੇ ਹੋ। ਤਾਂ ਇਹ ਗੱਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਅਸੀਂ ਇਹਦੀ ਜ਼ਰੂਰ ਪ੍ਰਾਈਮ ਮਿਨਿਸਟਰ ਨੂੰ ਮਿਲੂੰਗਾ ਔਰ ਮੈਂ ਜ਼ਰੂਰ ਇਹਨੂੰ ਅਸੀਂ ਸਖਤੀ ਨਾਲ ਜ਼ਰੂਰ ਇਹਦਾ ਨਿਪਟਾਂਗੇ। ਪੰਜਾਬ ਦੀ ਸਿਆਸਤ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ। ਬੇਸ਼ੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਿੱਧੂ ਉਹਨਾਂ ਦੀ ਪਾਰਟੀ ਦਾ ਹਿੱਸਾ ਹਨ, ਪਰ ਫਿਰ ਵੀ ਇਹ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਕਿ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਨੇ ਜਾਂ ਨਹੀਂ। ਇਹ ਇੱਕ ਚਰਚਾ ਦਾ ਵਿਸ਼ਾ ਬਣਾ ਰਹੇਗਾ ਜਾਂ ਉਹ ਸੱਚੀਓ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹ ਅਸੀਂ ਇਸ ਖਾਸ ਰਿਪੋਰਟ ਦੇ ਵਿੱਚ ਵੇਖਦੇ ਹਾਂ। ਪੰਜਾਬ ਦੀ ਸਿਆਸਤ 'ਚ ਹੁਣ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਸਿਖਰ ਤੇ ਨੇ। ਨਵਜੋਤ ਸਿੰਘ ਸਿੱਧੂ ਭਾਵੇਂ ਇਸ ਵੇਲੇ ਕਾਂਗਰਸ ਪਾਰਟੀ 'ਚ ਹਨ ਤੇ ਵਿਧਾਇਕ ਬਣੇ ਹੋਏ ਨੇ, ਪਰ ਹੁਣ ਸਿਆਸਤ 'ਚ ਇਹ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਕਾਂਗਰਸ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਨੇ।
ਤੇ ਆਮ ਆਦਮੀ ਪਾਰਟੀ ਵੀ ਉਹਨਾਂ ਦਾ ਸਵਾਗਤ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ 'ਚ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਸੀ ਕਿ ਅਜਿਹੀ ਕੋਈ ਗੱਲ ਨਹੀਂ। ਉਹਨਾਂ ਦੀ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਲਈ ਉਹਨਾਂ ਵੱਲੋਂ ਕੋਈ ਵੀ ਗੱਲ ਆਮ ਆਦਮੀ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਨਹੀਂ ਕੀਤੀ ਜਾ ਰਹੀ। ਕੈਪਟਨ ਨੇ ਕਿਹਾ ਹੈ ਕਿ ਸਿੱਧੂ ਉਹਨਾਂ ਦੀ ਪਾਰਟੀ ਦਾ ਹਿੱਸਾ ਹਨ। For Navjot Singh Sidhu is very much part of our party. He is in touch with our leadership in Delhi and he is also very much part of our party. तो ये गल कहनी कि वो तो मैं थोनू दस रहा सी कि मैं सवेरे ही पढ़दा हुंदा कि मैं कल की क्या मैं तो आप कहना मैं कुछ नहीं बस तुसीं लिखी जाते हो। तो as far as ये कहना कि प्रशांत किशोर ने नवजोत सिंह सिद्धू ने अप्रोच किया कि आपको लेके जाना है, absolutely Prashant has said I've never said anything that this has never happened, कोई ऐसी गल ही नहीं हुई। So these things unfortunately confusion create करदियां ने। ਸਿੱਧੂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਹਰੇਕ 3 ਮਹੀਨੇ ਬਾਅਦ ਇਹ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਨੇ। ਸਿੱਧੂ ਨੂੰ ਮੀਡੀਆ ਸਾਹਮਣੇ ਆ ਕੇ ਜਾਂ ਫਿਰ ਆਪਣੇ YouTube ਪੇਜ ਉੱਤੇ ਜਿੱਤੇਗਾ ਪੰਜਾਬ ਤੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਪਾर्टी 'ਚ शामिल होने जा रहे हैं। देखिए हमने तो ऑलरेडी स्पष्ट कर दिया, पिछले 2-3 दिन से ये खबर चल रही है कि देखिए हमारे ना तो किसी दिल्ली में किसी के साथ उनका संपर्क हुआ है, हमारे नेता के साथ सीएम साहब ने भी बोल दिया है, ठीक है, ना ही हमारे साथ किसी से उनका संपर्क हुआ या प्रशांत किशोर का या नवजोत सिद्धू का। ये तो सिद्धू साहब स्पष्ट करें ना कि किधर जाना है। हर तीसरे महीने निकल आता है, मतलब सिद्धू साहब से पूछिए ना आप कहाँ हैं वो। तो चलो अगर आपसे बात नहीं करते तो जो उनका जीतेगा पंजाब वाला पेज है, वो जो अकाउंट है उस पर स्पष्ट कर दें, स्पष्ट तो कर दें ना। मतलब हमारी तरफ से तो ये है कि हाँ आप पूछते हो कि अगर वो आते हैं, हम तो ये कहते हैं जी जो भी पंजाब के जो हित हैं उनको लेके अपने पर्सनल या हमारे निजी जो स्वार्थ हैं वो बहुत छोटे हैं, जो पंजाब के स्वार्थ को लेकर आता है हम तो और का वेलकम करेंगे। हम ਜ਼ਿਕਰ ਖਾਸ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਅਤੇ ਸਿੱਧੂ ਵਿਚਕਾਰ ਅਸਿੱਧੇ ਤੌਰ ਤੇ ਜ਼ੁਬਾਨੀ ਲੜਾਈ ਚੱਲ ਰਹੀ ਹੈ, ਪਰ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਸੱਚੀ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਨੇ ਜਾਂ ਫਿਰ ਇਹ ਸਿਰਫ ਚਰਚਾਵਾਂ ਦਾ ਇੱਕ ਵਿਸ਼ਾ ਬਣ ਕੇ ਰਹਿ ਜਾਵੇਗਾ। ਬਿਊਰੋ ਰਿਪੋਰਟ। सूबे अंदर अमन कानून की स्थिति लगातार बदतर होती जा रही है। हर दिन कतल और लुट खोहां दी वारदातां सामने आ रही ने। ताज़ा मामला अमृतसर साहिब का है जिथे कुछ अणपछाते व्यक्तियों वालों एक नौजवान की गोलियां मार के हत्या कर दी गई। पता लग्या है कि कुछ अणपछाते व्यक्तियों ने घर अंदर दाखिल होंदियां ही नौजवान ते तड़ातड़ गोलियां की बरसात कर दी। इस संबंधी जानकारी देंदे जांच अधिकारियों ने दस्सिया कि गली च एक महिला नशा तस्करी का धंधा करती सी, जिस नूं उक्त नौजवान वालों रोकिया गया सी। दावा किया जा रहा है कि इस तो बाद रंजिश के तहत महिला वालों नौजवान का कतल कर दिता गया। साढ़े 10 वजे की गल आ, 10:15 10:30 सी। असी अपने इलाके च मैं हैगा सी, SHO गेट की मता मोन आया, फोन आया कि सर 5 नंबर गली सतपाल जी है प्रधान जी लोकल, उन्हों का बेटा सूरज उन्होंने घर दे विच आके गोलियां मार गया तो उन्होंने अमनदीप हस्पताल लै गए घर वाले, तो उत्थे जाके उसकी डेथ हो गई। असी मौके पर गए हस्पताल, उस तो बाद इत्थे आए हैं तो पता लगा सतपाल जी मिले सानू। उन्होंने दस्सिया भी उन्होंने भांजे की बेटी जी उन्होंने गवांढण कुड़ी का नाम रेनू है, वो चिट्टे का काम करती सी। शंभू ते चंदन नाम के मुंडे 4 नंबर गली च रहिंदे, उन्होंने नाल उहदी गलबात सी। ये उन्होंने रोकदा सी सतपाल। अज उन्हें मौके का फायदा उठा के सतपाल जी जिहड़े सूरज के फादर साहब है उन्होंने दस्सिया भी असी पता लगा भी इन्हें मौके का फायदा उठा के शंभू ते चंदन नूं फोन किया कि वह घर च कमरे च कला सुता। शंभू चंदन नाल 3-4 जने आए जिन्होंने फायर किए, इनू सूरज नूं हस्पताल लै गए जिथे पता लगा भी इसकी डेथ। सर एक कर्फ्यू लगे के दौरान है काम हो रहा है, क्या कहना चाहोगे? पुलिस प्रशासन सारी प्रशासन ते अपनी पूरी ड्यूटी कर रहा। हुण किसी गली मोहल्ले च किसी दिल की गल की कह सकते हैं,
ਵੀ ਕਿਸੇ ਦੇ ਘਰ 'ਚ ਕੀ ਹੋਣਾ, ਕੀ ਲੜਾਈ ਹੋਣੀ। ਸਰ ਥਾਣੇ ਤੋਂ ਵੱਧ 100 ਕਿਲੋਮੀਟਰ ਦੂਰ ਥਾਣਾ ਹੈਗਾ ਕਿਹੜਾ ਇਲਾਕੇ ਥਾਣਾ, ਦੇ ਕਿਹੜਾ? ਇਸਲਾਮਾਬਾਦ। ਇਹ ਥਾਣਾ ਗੇਟ ਕੀ ਮਤਲਬ हुआ है, ਹਾਂਜੀ गेट की माँ चलो थोड़ी दूर है, लेकिन बहुत जब दूर है। इन्फॉर्मेशन मिली असी नाल ही आ गए हैं, बाकी फोर्स आ गई है, अगली तफ्तीश चल रही है। खोल है जी, वो लेने जी ਅਸੀਂ ਕਰਾਂਗੇ ਇਨਵੈਸਟੀਗੇਸ਼ਨ ਤੇ ਸਾਰਾ ਕੰਮ ਕਰਾਂਗੇ। ਪਤਾ ਲੱਗਾ ਹੈ ਕਿ ਪ੍ਰੈਸ ਟੀਮ ਨੂੰ ਸਾਰਿਆਂ ਨੂੰ ਪਤਾ ਲੱਗਾ ਕਿ 6 ਖੋਲ ਫੜੇ ਗਏ ਨੇ ਉੱਥੋਂ ਉਹਦੇ ਬਾਰੇ ਗੋਲੀਆਂ ਦੇ। ਉਹਨੇ ਮੈਨੂੰ ਕੁਝ ਮਿਲਿਆ ਨਹੀਂ, ਬਾਕੀ ਅਸੀਂ ਕਰ ਰਹੇ ਇਨਵੈਸਟੀਗੇਟ, ਜੋ ਹੋਏਗਾ ਤੁਹਾਡੇ। ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਰਨਾਲਾ ਪੁਲਿਸ ਵੱਲੋਂ ਬਿਨਾਂ ਮਾਸਕ ਘੁੰਮ ਰਹੇ 2500 ਤੋਂ ਵਧੇਰੇ ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਗਿਆ। ਇਹਨਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਬਰਨਾਲਾ ਪੁਲਿਸ ਵੱਲੋਂ ਸੋਸ਼ਲ ਡਿਸਟੈਂਸ ਨੂੰ ਫੋਲੋ ਕਰਵਾਉਣ ਲਈ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ। ਦੇਖੋ ਅਸੀਂ ਕੋਵਿਡ-19 ਦੇ ਦੌਰਾਨ ਜਿਹੜੀ ਸਖਤੀ ਜਾਂ ਮਤਲਬ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਦੀ ਖਾਤਰੀ ਉਹਨਾਂ ਦੀ ਖਾਤਰ ਕੋਈ ਮੁਹਿੰਮ ਛੇੜਦੇ ਆ, ਜਿਹੜੀ ਕਿ ਅੱਜ ਕੱਲ੍ਹ ਅਸੀਂ ਮਾਸਕ ਦੀ ਜਿਹੜੀ ਗੌਰਮੈਂਟ ਦੇ ਹੁਕਮਾਂ ਦੇ ਅਨੁਸਾਰ ਛੇੜੀ ਹੋਈ ਆ। ਜਿਹੜੇ ਅੱਜ ਕੱਲ੍ਹ ਅਸੀਂ ਮਾਸਕ ਦੇ ਚਲਾਨ ਜਿਹੜੇ ਕਰੀਬ 2500 ਅਸੀਂ ਮਾਸਕ ਦਾ ਚਲਾਨ ਕਰਤਾ। ਕਰੀਬ ਅਸੀਂ ਜਿਹੜੇ 5 ਲੱਖ ਦੇ ਕਰੀਬ ਅਸੀਂ ਜਿਹੜੇ ਮਾਸਕ ਦੇ ਕੀਤੇ ਨੇਗੇ, ਆਪਣੇ ਕਲੈਕਸ਼ਨ ਕੀਤੀ ਹੈਗੀ। ਬਾਕੀ ਕੁਝ ਟ੍ਰੈਫਿਕ ਦੀ ਵੀ ਕੀਤੀ ਹੈ। ਇਹ ਟ੍ਰੈਫਿਕ ਦੇ ਤਾਂ ਅਸੀਂ ਰੂਟੀਨ ਦੇ ਵਿੱਚ ਵੀ ਮਤਲਬ ਜਿਹੜੀ ਸਾਡੀ ਟ੍ਰੈਫਿਕ ਦੀ ਚੈਕਿੰਗ ਚੱਲਦੀ ਰਹਿੰਦੀ ਆ। ਜਿਹੜੀ ਕੋਵਿਡ-19 ਦੇ ਦੌਰਾਨ ਜਿੰਨੇ ਕਿ ਅਸੀਂ ਮਾਸਕ ਦੇ ਚਲਾਨ ਕੀਤੇ ਆ, ਉਹ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਖਾਤਰ ਜਿਹੜੀ ਮੁਹਿੰਮ ਹੈ ਛੇੜੀ ਹੋਈ ਆ। ਤੇ ਕਰੀਬ 2100 ਕਰੀਬ ਅਸੀਂ ਟ੍ਰੈਫਿਕ ਦਾ ਚਲਾਨ ਕਰਤਾ। ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਉਹਨਾਂ ਨੂੰ ਧਿਆਨ ਰੱਖਦੇ। ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਦੇ ਤਹਿਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਦੀ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਕਾਬੰਦੀ ਦੇ ਦੌਰਾਨ ਇੱਕ ਨੌਜਵਾਨ ਨੂੰ ਕਰੇਟਾ ਗੱਡੀ ਵਿੱਚ ਆਉਂਦੇ ਵੇਖਿਆ ਗਿਆ ਸੀ। ਜਦੋਂ ਉਸ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਦਿੱਲੀ ਨੰਬਰ ਗੱਡੀ ਚੋਰੀ ਦੀ ਨਿਕਲੀ। ਉਸ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਾਬ ਦੇਖੋ ਜੀ, ਕੱਲ੍ਹ ਸਾਡੀ ਪੁਲਿਸ ਪਾਰਟੀ ਨੇ 800 kg ਲਾਨ ਫੜੀ ਹੈ ਔਰ ਵਰਕਿੰਗ ਸਟਿਲ ਫੜੀ ਹੈ, ਜਿਹੜੀ ਭੱਠੀ ਹੁੰਦੀ ਹੈ। ਉਹ 'ਚ 2 ਦੋਸ਼ੀ ਜਿਹੜੇ ਆ ਵੱਲੇ ਪਿੰਡ ਦੇ ਅਸੀਂ ਫੜੇ ਆ। ਸਰਵਣ ਸਿੰਘ ਹੈ, ਇੱਕ ਮੰਗਲ ਸਿੰਘ ਹੈ, ਸਨ ਆਫ ਆਤਮਾ ਸਿੰਘ ਵੱਲੇ ਦੇ ਹੀ ਆ। ਉਹਦੇ 'ਚ ਜਿਹੜਾ ਐਕਸਾਈਜ਼ ਦੀ ਟੀਮ ਨੂੰ ਅਸੀਂ ਸ਼ਾਮਲ ਕੀਤਾ ਤੇ ਕੇਸ ਰਜਿਸਟਰ ਕੀਤਾ। ਉਹ ਬੰਦੇ ਜਿਹੜੇ ਸਾਡੇ ਅਸੀਂ ਅਰੈਸਟ ਕੀਤੇ ਆ ਹੁਣ। ਸਰ ਇਹ ਕਿਹੜੀ ਚੀਜ਼ ਦੇ ਲੈ ਕੇ ਜਾਂਦੇ ਸੀ ਸ਼ਰਾਬ ਜੀ? ਹਾਂਜੀ, ਇਹ ਕਿਹੜੀ ਚੀਜ਼ ਤੇ ਲੈ ਕੇ ਜਾ ਰਹੇ ਸੀ ਸ਼ਰਾਬ? ਆਪਣੀ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਦੇਣਾ ਸੀ। ਸਰ ਪਹਿਲੇ ਵੀ ਮਾਮਲੇ ਵੀ ਦਰਜ ਇਹਨਾਂ ਦੀ ਜਿਹੜੀ ਵਰਕਿੰਗ ਸਟਿਲ ਜਿਹੜੀ ਕਹਿ ਰਹੇ ਨੇ, ਜਿਹੜੀ ਭੱਠੀ ਲੱਗੀ ਘਰੇ ਲੱਗੀ ਸੀ ਇਹਨਾਂ ਦੀ। ਅੱਛਾ, ਜਿਹੜੀ ਲਾਨ ਹੁੰਦੀ, ਲਾਨ ਤੋਂ ਫਿਰ ਕਨਵਰਟ ਕਰਦੇ ਨਾ ਆਪਣੇ ਉਹਦੇ ਸ਼ਰਾਬ ਬਣਾਉਂਦੇ। ਸਰ ਇਲਿਸਿਟ ਲਿਕਵਰ ਬਣਦੇ। ਪਹਿਲੇ ਵੀ ਮਾਮਲੇ ਦਰਜ ਸਰ ਇਹਨਾਂ ਦੇ ਸ਼ਰਾਬ ਲੈਣ? ਉਹ ਦੇਖ ਲੈਂਦੇ ਜੀ, ਉਹ ਵੈਰੀਫਾਈ ਕਰ ਲੈਂਦੇ। ਹੁਣ ਤੱਕ ਕੀ ਉਹਦੇ ਤੇ ਕਾਰਵਾਈ ਕੀਤੀ ਗਈ ਹੈ? ਪਰਚਾ ਰਜਿਸਟਰ ਕਰਤਾ ਜੀ, FI ਨੰਬਰ 189। ਕੁਝ ਮਿਲਿਆ ਸਰ ਬਰਾਮਦ? ਨਹੀਂ, ਇਹਦੇ ਫਿਲਹਾਲ ਦੇ 800 kg ਲਾਨ ਹੈ, ਇਟਸ ਬਿਗ ਰਿਕਵਰੀ। ਔਰ ਨਾਲ ਜਿਹੜੀ ਹੈ ਵਰਕਿੰਗ ਸਟਿਲ ਹੈ, ਭੱਠੀ ਜਿਹਨੂੰ ਕਹਿੰਦੇ ਅਸੀਂ, ਚੱਲਦੀ ਭੱਠੀ ਫੜੀ। ਕੀ ਲੱਗਦਾ ਕਿ ਇਹਨਾਂ ਨਾਲ ਹੋਰ ਵੀ ਕੋਈ ਸ਼ਾਮਿਲ ਹੋਏਗਾ ਕੋਈ ਹੋਰ? ਹਾਂਜੀ, ਹੋ ਸਕਦਾ, ਪਰ ਲੇਕਿਨ ਅਸੀਂ ਵੈਰੀਫਾਈ ਨਹੀਂ ਕੀਤਾ ਜੀ, ਕਰ ਰਹੇ ਹਾਂ ਜੀ, ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਫਿਰ ਜੁਡੀਸ਼ੀਅਲ ਭੇਜ ਦਿੱਤਾ ਜੀ। ਉਸ ਤੋਂ ਬਾਅਦ ਅਸੀਂ ਉਹਨਾਂ ਦਾ ਰਿਮਾਂਡ ਲਿਆ ਸੀ, ਕਿਉਂਕਿ ਸਾਨੂੰ ਫਿਰ ਹੋਰ ਕੰਪਲੇਂਟਸ ਆਈਆਂ ਸੀ ਕਿ ਸਾਡੇ ਵੀ ਟਰੈਕਟਰ ਵਗੈਰਾ, ਟਰਾਲੀਆਂ, ਰੀਪਰ ਜਿਹੜੇ ਆ ਚੋਰੀ ਹੋਏ ਆ। ਦੈਨ ਅਸੀਂ ਅਗੇਨ ਜਿਹੜਾ ਉਹਨਾਂ ਬਲਜਿੰਦਰ ਸਿੰਘ ਵੱਲੂ ਹੈ, ਮੇਨ ਅਕਿਊਜ਼ਡ, ਉਹਨੂੰ ਅਸੀਂ ਪ੍ਰੋਡਕਸ਼ਨ ਫਰੰਟ 'ਤੇ ਲਿਆਂਦਾ ਸੀਗਾ। ਲਿਆ ਕੇ ਫਿਰ ਉਹਦੇ ਕੋਲ ਅਸੀਂ ਰਿਕਵਰੀ ਕਰਾਈ ਹੈ। ਹੁਣ ਅਸੀਂ ਦੁਬਾਰਾ ਉਸ ਕੇਸ ਵਿੱਚ 2 ਟਰੈਕਟਰ ਹੈ, 2 ਟਰਾਲੀ ਹੈ, ਇੱਕ ਰੀਪਰ ਹੈ, ਇੱਕ ਰੋਟਾ ਵੀਲਰ ਹੈ। ਇਹ ਚੀਜ਼ਾਂ ਅਸੀਂ ਰਿਕਵਰ ਕੀਤੀਆਂ ਨੇ। ਸਰ ਪਹਿਲਾਂ ਵੀ ਇਹਦੇ ਤੇ ਰਿਕਵਰੀ ਹੋਈ ਹੈ ਸੀ? ਪਹਿਲੇ ਵੀ ਰਿਕਵਰੀ ਹੋਈ ਹੈ ਜੀ। ਪਹਿਲੇ ਅਸੀਂ 5 ਟਰੈਕਟਰ ਰਿਕਵਰ ਕੀਤੇ। ਹੋਰ ਵੀ ਹੁਣ ਕੋਈ ਉਹ? ਬਿਲਕੁਲ ਜੀ, ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਾਡੇ ਕੋਲ ਜੇ ਇਹਨਾਂ ਦਾ ਰਿਮਾਂਡ ਹੈਗਾ, ਪ੍ਰੋਡਕਸ਼ਨ ਫਰੰਟ ਲਿਆ ਸੀ, ਲਿਆਦਾ ਇਹਨੂੰ ਪ੍ਰੋਡਕਸ਼ਨ ਫਰੰਟ 'ਤੇ। ਸਾਡੇ ਕੋਲ ਜੇ ਪਰਸੋਂ ਤੱਕ ਦਾ ਰਿਮਾਂਡ ਹੈਗਾ। ਸਰ ਜਿਹੜੀ ਵਾਰਦਾਤ ਜਿਹੜੀ ਚੋਰੀ ਦੀ ਕਰਦੇ ਸੀ, ਕਿਹੜੇ ਸਮੇਂ ਕਿਹੜੇ ਕਰਦੇ ਸੀ? ਹਾਂਜੀ, ਕਿਹੜੇ ਸਮੇਂ ਕਰਦੇ ਸੀ? ਸਮਿਆਂ ਤੇ ਰਾਤ ਨੂੰ ਕਰਦੇ ਜੀ, ਜਿਹੜੇ ਟਰੈਕਟਰ ਟਰਾਲੀਆਂ ਤੇ ਰਾਤ ਨੂੰ ਚੋਰੀ ਕਰਦੇ ਆ। ਤੇ ਕਿੰਨੇ ਕੁ ਬੰਦੇ ਗਏ ਸੀ ਸਰ ਇਹਦੇ ਵਿੱਚ? ਤੇ ਦੋਸ਼ੀ 3 ਸੀਗੇ ਸਾਡੇ। ਔਰ ਜੇ ਫਰਦਰ ਦੇਖਾਂਗੇ ਕਿ ਜੇ ਹੋਰ ਵੀ ਇਹਨਾਂ ਕੋਈ ਲਿੰਕਅਪ ਹੈਗਾ ਤੇ ਉਹਨੂੰ ਅਸੀਂ ਸਰ ਇਹ ਦੋਵੇਂ ਜਿਹੜੇ ਕਿੱਥੋਂ ਦੇ ਰਹਿਣ ਵਾਲੇ? ਕਿਹੜੇ ਜੀ? ਇਹ ਮਜੀਠੇ ਏਰੀਏ ਦੇ ਸਾਰੇ ਜੀ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste.
ਸਮਰਾਲਾ ਦੇ ਸੇਵਾ ਕੇਂਦਰ ਵਿੱਚ ਲਾਭਪਾਤਰੀ ਕਾਰਡ ਬਣਾਉਣ ਆਏ ਲੋਕਾਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਗਰਮੀ ਦੇ ਇਸ ਮੌਸਮ ਵਿੱਚ ਸੇਵਾ ਕੇਂਦਰ ਵਿੱਚ ਪਾਣੀ ਤੱਕ ਦਾ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਦੇਸ਼ ਵਿੱਚੋਂ ਅਜੇ ਕਰੋਨਾ ਮਹਾਮਾਰੀ ਦਾ ਪ੍ਰਕੋਪ ਖਤਮ ਨਹੀਂ ਹੋਇਆ। ਕਰਫਿਊ ਦੇ ਖੁੱਲ੍ਹਦੇ ਹੀ ਆਮ ਲੋਕਾਂ ਦੀ ਆਵਾਜਾਈ ਦਿਨ ਪ੍ਰਤੀ ਦਿਨ ਵੱਧਦੀ ਨਜ਼ਰ ਆ ਰਹੀ ਹੈ। ਇਸ ਲਈ ਲੋਕ ਆਪਣੇ ਕੰਮ ਕਰਾਉਣ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੇ ਨੇ। ਇਸੇ ਤਹਿਤ ਸਮਰਾਲਾ ਦੇ ਸੇਵਾ ਕੇਂਦਰ ਵਿੱਚ ਲਾਭਪਾਤਰੀ ਕਾਰਡ ਬਣਾਉਣ ਆਏ ਲੋਕਾਂ ਨੇ ਸਮਾਜਿਕ ਦੂਰੀ ਦੀਆਂ ਧੱਜੀਆਂ ਤੱਕ ਉਡਾ ਦਿੱਤੀਆਂ ਅਤੇ ਨਾ ਹੀ ਕੁਝ ਲੋਕਾਂ ਨੇ ਮੂੰਹ ਤੇ ਮਾਸਕ ਬੰਨੇ ਹੋਏ ਸੀ। ਲਾਭਪਾਤਰੀ ਕਾਰਡ ਬਣਾਉਣ ਆਏ ਲੋਕਾਂ ਨੇ ਆਪਣੇ ਦੁੱਖੜੇ ਰੋਂਦਿਆਂ ਹੋਇਆ ਕਿਹਾ ਹੈ ਕਿ ਇੱਥੇ ਹੋਰ ਕੋਈ ਵੀ ਸਹੂਲਤ ਨਹੀਂ ਹੈ। ਗਰਮੀ ਦੇ ਮਹੀਨੇ ਵਿੱਚ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੈ। ਇਸ ਸੰਬੰਧੀ ਜਦੋਂ ਸੇਵਾ ਕੇਂਦਰ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਦੋਂ ਦਾ ਸੇਵਾ ਕੇਂਦਰ ਬਣਿਆ ਹੈ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਹੈ। ਜਦੋਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੋਈ ਵੀ ਇਸ ਦੀ ਪਰਵਾਹ ਨਹੀਂ ਕਰਦਾ। ਇਹ ਭਰਾ ਮੇਰਾ ਲਾਭਪਾਤਰੀ ਦਾ ਆਪਣਾ ਜਿਹੜਾ ਬਣਦਾ ਵਾ ਸਰਕਾਰ ਨੇ ਦਿੱਤਾ ਵਾ ਆਪਣੇ ਉਹਦੇ ਵਾਸਤੇ ਆਏ ਹੋਏ ਆ। ਸਵੇਰ ਦੇ ਖੜੇ ਆ, ਲਾਈਨਾਂ 'ਚ ਖੜੇ ਆ, ਨਾ ਇੱਥੇ ਪਾਣੀ ਪੀਣ ਨੂੰ ਆ ਨਾ ਬੈਠਣ ਨੂੰ ਆ। ਤੁਸੀਂ ਕੱਲ ਵੀ ਆਏ ਸੀ ਜਾਂ ਕਦੋਂ? ਕੱਲ ਵੀ ਆਏ ਸੀ, ਸਾਡੇ ਕੋਲ ਟੋਕਨ ਆ। ਕੱਲ ਵੀ ਲਾਈਨਾਂ 'ਚ ਖੜ ਕੇ ਗਏ ਆ ਤੇ ਅੱਜ ਵੀ ਖੜੇ ਆ ਸਵੇਰ ਦੇ। ਕਿੰਨਾ ਟਾਈਮ ਖੜੇ ਹੋ ਕੱਲ ਸਵੇਰ ਤੋਂ ਲੈ ਕੇ ਦੁਪਹਿਰ ਤੱਕ। ਉਸ ਤੋਂ ਬਾਅਦ ਇਹਨਾਂ ਨੇ ਟੋਕਨ ਦਿੱਤੇ ਨੇ। ਉਸ ਤੋਂ ਬਾਅਦ ਅੱਜ ਕਿੰਨਾ ਟਾਈਮ ਹੋ ਗਿਆ? ਅੱਜ ਕਿੰਨਾ ਟਾਈਮ ਹੋ ਗਿਆ ਖੜੇ? ਅੱਜ ਹੋ ਗਿਆ 2 ਘੰਟੇ ਹੋ ਚੱਲੇ। ਵੀਰ ਉਹਨੂੰ ਸਵੇਰ ਦੇ ਹੋ ਗਏ, ਇਹਨਾਂ ਨੂੰ ਸਵੇਰ ਦੇ ਆਏ ਹੋਣੇ 8-9 ਵਜੇ। ਤੇ ਹੋਰ ਕੀ ਸਮੱਸਿਆ ਇੱਥੇ? ਹੋਰ ਸਮੱਸਿਆ ਬਸ ਇੱਕ ਪਾਣੀ ਦੀ ਆ, ਨਾਲੇ ਬੈਠਣ ਦੀ ਆ। ਸਰ ਜਿਹੜੀ ਇੰਨੀ ਭੀੜ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਜੀ? ਇਹ ਸਭ ਆਲਮੋਸਟ ਸਾਰੇ ਲੋਕ ਲੇਬਰ ਡਿਪਾਰਟਮੈਂਟ ਜੋ ਲਾਭਪਾਤਰੀ ਕਾਰਡ ਬੋਲਦੇ ਆ ਉਹ ਸਾਰੇ ਪਿੰਡਾਂ ਲੋਕ ਆ ਰਹੇ ਆ ਚਲਾਉਣ ਵਾਸਤੇ ਤੇ ਉਹਨਾਂ ਕਰਕੇ ਸਾਰਾ ਇਕੱਠ ਜੋ ਹੋ ਰਿਹਾ ਹੋ ਰਹੀ। ਤੇ ਦੇਖਿਆ ਜਾ ਰਿਹਾ ਕੋਈ ਉਹਨਾਂ ਦੇ ਵਿੱਚ ਸਪੇਸ ਵੀ ਹੈ ਨਹੀਂ ਗੀ ਰੱਖੀ ਹੋਈ? ਸਰ ਇਹ ਨਾ ਆਪਣੇ ਜੋ ਮਹਿਕਮੇ ਨੇ ਜਿਵੇਂ ਆਪਣੇ ਡੀਐਸਪੀ ਸਾਹਿਬ ਸਮਰਾਲਾ ਐਸਡੀ ਮੈਡਮ ਨੇ ਆਪ ਖੁਦ ਆ ਕੇ ਗੋਲ ਚੱਕਰ ਬਣਵਾਏ ਸੀਗੇ ਕਿ ਲੋਕਾਂ ਨੂੰ ਉਸ ਚੱਕਰ ਅਕੋਰਡਿੰਗ ਕੰਮ ਕਰਵਾਇਆ ਜਾਵੇ, ਬਟ ਲੋਕ ਉਹ ਚੀਜ਼ ਨੂੰ ਫੋਲੋ ਨਹੀਂ ਕਰ ਰਹੇ। ਅਸੀਂ ਡੇਲੀ ਸਵੇਰ ਸ਼ਾਮ ਮੇਰਾ ਸਿਕਿਉਰਿਟੀ ਗਾਰਡ ਸਾਰੇ ਅਸੀਂ ਇਹ ਚੀਜ਼ ਕਹਿੰਦਾ ਕਿ ਲੋਕਾਂ ਕੰਮ ਸਮੂਥ ਚੱਲੀ ਜਾਵੇ, ਬਟ ਉਹ ਚੀਜ਼ ਲੋਕ ਉਹ ਚੀਜ਼ ਨੂੰ ਫੋਲੋ ਨਹੀਂ ਕਰ ਰਹੇ। ਤੇ ਉਹਨਾਂ ਦਾ ਇੱਕ ਕਹਿਣਾ ਬਈ ਇੱਥੇ ਪਾਣੀ ਦੀ ਵੀ ਸਮੱਸਿਆ ਵਾ। ਸਾਰੇ ਨਾ ਪਿੱਛੋਂ ਜਦੋਂ ਸਰ ਸੇਵਾ ਸੈਂਟਰ ਓਪਨ ਹੋਈ ਸੀ ਉਸ ਟਾਈਮ ਤੋਂ ਹੀ ਸੇਵਾ ਸੈਂਟਰ 'ਚ ਪਾਣੀ ਦੀ ਕੋਈ ਫੈਸਿਲਿਟੀ ਹੈ ਨਹੀਂ ਸੀਗੀ। ਜ਼ਿਕਰ ਖਾਸ ਹੈ ਕਿ ਕਰੋਨਾ ਮਹਾਮਾਰੀ ਦਰਮਿਆਨ ਜਿੱਥੇ ਲੋਕ ਇਸ ਬਿਮਾਰੀ ਨੂੰ ਸੀਰੀਅਸ ਨਹੀਂ ਲੈ ਰਹੇ ਉੱਥੇ ਹੀ ਕਈ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਤੇ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਸ ਵਾਇਰਸ ਲਈ। ਖੰਨਾ ਤੋਂ ਪੱਤਰਕਾਰ ਪ੍ਰੋਫੈਸਰ ਅਵਤਾਰ ਸਿੰਘ ਦੀ ਖਾਸ ਰਿਪੋਰਟ। ਪਿਛਲੇ ਦਿਨਾਂ ਵਿੱਚ ਲਾਕਡਾਊਨ ਦੇ ਚੱਲਦੇ ਜਿੱਥੇ ਸਾਰੇ ਕੰਮਕਾਜ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਕਾਫੀ ਘਾਟਾ ਹੋਣ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਪੰਜਾਬ ਵਿੱਚ ਛੇਤੀ ਹੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਸੀ, ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਕਾਫੀ ਵੱਡਾ ਖਜ਼ਾਨਾ ਇਕੱਠਾ ਹੋ ਸਕਦਾ ਸੀ। ਪਰ ਇਸ ਮੰਗ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਨੇ ਪੰਜਾਬ ਸਰਕਾਰ ਦੀ ਮੰਗ ਤੋਂ ਬਾਅਦ ਕਾਫੀ ਵਿਰੋਧ ਕੀਤਾ ਸੀ। ਜਿੱਥੇ ਹੁਣ ਲਾਕਡਾਊਨ ਤੋਂ ਬਾਅਦ ਅਨਲੌਕ 1 ਸ਼ੁਰੂ ਹੋ ਚੁੱਕਿਆ ਹੈ, ਉੱਥੇ ਹੀ ਹੁਣ ਪੰਜਾਬ ਸਰਕਾਰ ਖਜ਼ਾਨਾ ਭਰਨ ਲਈ ਜੀ ਜਾਨ ਲਗਾ ਕੇ ਮਿਹਨਤ ਕਰ ਰਹੀ ਹੈ। ਫਿਰੋਜ਼ਪੁਰ ਸ਼ਹਿਰ ਦੇ ਜ਼ੋਨ ਨੰਬਰ 2 ਤੇ 3 ਤੇ ਫਿਰੋਜ਼ਪੁਰ ਕੈਂਟ ਦੇ ਨੰਬਰ 5 ਦੀ ਜਿਹੜੀ ਹੈ ਉਹ ਰਹਿ ਗਈ ਸੀ ਨਿਲਾਮੀ ਹੋਣੀ, ਤੇ ਜਿਹੜੀ ਅੱਜ ਸਫਲਤਾਪੂਰਵਕ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਇਹਦੇ ਲਈ ਜਿਹੜਾ ਪੰਜਾਬ ਸਰਕਾਰ ਨੂੰ 12 ਕਰੋੜ 90 ਲੱਖ 81 ਹਜ਼ਾਰ ਦਾ ਜਿਹੜਾ ਮਾਲੀਆ ਹੈ ਪ੍ਰਾਪਤ ਹੋਣ ਜਾ ਰਿਹਾ, ਤੇ ਇਸ ਲਈ ਇਸ ਦੇ ਨਾਲ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਹੜੇ ਸਾਰੇ ਵੈਂਡਸ ਹੈ ਉਹਨਾਂ ਦੀ ਨਿਲਾਮੀ ਜਿਹੜੀ ਹੈ ਆਬਕਾਰੀ ਵਿਭਾਗ ਦੇ ਬਹੁਤ ਮਿਹਨਤ ਕਰਨ ਦੇ ਨਾਲ ਯਤਨ ਦੇ ਨਾਲ ਪੂਰੀ ਅੱਜ ਦੀ ਕਰ ਲਈ ਗਈ ਹੈ ਔਰ ਸਾਰਿਆਂ ਦੇ ਸਾਹਮਣੇ ਪਾਰਦਰਸ਼ੀ ਢੰਗ ਦੇ ਨਾਲ ਜਿਹੜੀ ਇਹ ਹੈ ਕਾਰਵਾਈ ਕੰਪਲੀਟ ਕੀਤੀ ਗਈ। ਸਰ ਇਹ ਕਿੰਨਾ ਦਾ ਟੈਂਡਰ ਨਿਕਲਿਆ? ਮਾਇਆ ਐਂਟਰਪ੍ਰਾਈਜ਼ ਉਹ ਸ਼ੁਰੂ ਹੋ ਜਾਏਗਾ, ਬਸ ਜਿਵੇਂ ਆ ਫਾਰਮੈਲਿਟੀਜ਼ ਕੰਪਲੀਟ ਕਰਕੇ ਕੱਲ ਤੋਂ ਸ਼ੁਰੂ ਕਰ ਸਕਦੇ। ਇਹ ਫਿਰੋਜ਼ਪੁਰ ਜਿਹੜਾ ਪੂਰਾ ਜ਼ਿਲ੍ਹਾ ਉਹਦੇ ਵਿੱਚ ਸਾਡੇ ਕੋਲ ਟੋਟਲ 15 ਗਰੁੱਪ ਸੀਗੇ, ਜਿਨ੍ਹਾਂ ਵਿੱਚੋਂ 3 ਜਿਹੜੇ ਗਰੁੱਪ ਸੀਗੇ ਉਹ ਫਿਰੋਜ਼ਪੁਰ ਜਿਹੜਾ ਸ਼ਹਿਰ ਤੇ ਕੈਂਟ ਸੀਗਾ ਉਹਦੇ 'ਚੋਂ ਜ਼ੋਨ ਨੰਬਰ 1 ਤੇ 4 ਇਹ ਪਹਿਲਾਂ ਹੀ ਰੀਨਿਊ ਹੋ ਚੁੱਕੇ ਸੀਗੇ, ਔਰ ਸਾਡਾ ਇੱਕ ਤਲਵੰਡੀ ਸਰਕਲ ਦਾ ਜਿਹੜਾ ਗਰੁੱਪ ਸੀਗਾ ਉਹ ਵੀ ਪਹਿਲਾਂ ਰੀਨਿਊ ਹੋ ਚੁੱਕਿਆ ਸੀਗਾ। ਬਾਕੀ ਜਿਹੜੇ ਸਾਡੇ 12 ਗਰੁੱਪ ਰਹਿ ਗਏ ਸੀਗੇ ਉਹਦੇ ਵਿੱਚ ਅਸੀਂ ਪਹਿਲਾਂ 5% ਘਟਾ ਕੇ ਜਿਹੜਾ ਸੀਗਾ ਉਹ ਟੈਂਡਰ ਦੀ ਮੰਗ ਕੀਤੀ ਸੀਗੀ, ਲੇਕਿਨ ਕੋਈ ਬਿਨੇਕਾਰ ਨਹੀਂ ਆਇਆ ਉਹਦਾ। ਫਿਰ 5% ਘਟਾ ਕੇ ਕੀਤੀ, ਫਿਰ 15% ਘਟਾ ਕੇ ਕੀਤੀ, ਔਰ ਜਿਹੜਾ 4 ਤਰੀਕ ਨੂੰ ਇੱਕ ਟੈਂਡਰ ਜਿਹੜੀ ਅਸੀਂ ਰੱਖੀ ਸੀ ਡੇਟ, ਉਸ ਦਿਨ ਜਿਹੜੇ ਸਾਡੇ
9 ਗਰੁੱਪ ਸੀਗੇ, ਜਿਨ੍ਹਾਂ ਦੇ ਵਿੱਚ ਮਖੂ ਦਾ ਇੱਕ ਗਰੁੱਪ ਸੀਗਾ, ਜੀਰੇ ਦੇ 2 ਗਰੁੱਪ ਸੀਗੇ ਔਰ ਇੱਕ ਮੱਲਾਵਾਲਾ ਦਾ ਗਰੁੱਪ ਸੀਗਾ, ਇੱਕ ਕੋਸਾ ਦਲ ਸਿੰਘ ਦਾ ਗਰੁੱਪ ਸੀਗਾ ਔਰ ਇੱਕ ਮੁਦਕੀ ਦਾ ਗਰੁੱਪ ਸੀਗਾ। ਗੁਰੂ ਹਰਸਹਾਏ ਦੇ 2 ਗਰੁੱਪ ਸੀਗੇ ਔਰ ਇੱਕ ਮਮਦੋੜ ਦਾ ਗਰੁੱਪ ਸੀਗਾ। ਇਹਨਾਂ ਸਾਰਿਆਂ ਦਾ ਜਿਹੜਾ ਹੈ ਉਹ 4 ਤਰੀਕ ਨੂੰ ਜਿਹੜਾ ਸੀਗਾ ਉਹਦੇ ਟੈਂਡਰ ਖੋਲ੍ਹ ਦਿੱਤੇ ਗਏ ਸੀਗੇ ਔਰ ਸਾਡੇ ਕੋਲ ਜਿਹੜਾ ਫਿਰੋਜ਼ਪੁਰ ਸ਼ਹਿਰ ਆ ਉਹਦੇ ਵਿੱਚ 3 ਜਿਹੜੇ ਸਾਡੇ ਰਹਿ ਗਏ ਸੀਗੇ, ਜ਼ੋਨ ਨੰਬਰ 2, 3 ਤੇ 5, ਜਿਸ ਵਾਸਤੇ ਅਸੀਂ ਉਸ ਦਿਨ ਵੀ ਇਹਦਾ ਟੈਂਡਰ ਦਿੱਤਾ ਸੀਗਾ, ਲੇਕਿਨ ਉਸ ਦਿਨ ਇਹਦਾ ਕੋਈ ਵੀ ਜਿਹੜਾ ਸਾਨੂੰ ਟੈਂਡਰ ਪ੍ਰਾਪਤ ਨਹੀਂ ਹੋਇਆ ਔਰ ਉਹਦੀ ਲਗਾਤਾਰਤਾ ਦੇ ਵਿੱਚ ਅੱਜ ਅਸੀਂ 6 ਤਰੀਕ ਲਈ ਜਿਹੜਾ ਜਿਹੜੇ ਸਾਡੇ ਬਾਕੀ ਰਹਿ ਗਏ ਸੀ ਪੈਂਡਿੰਗ, ਉਹਨਾਂ ਦਾ ਅੱਜ ਅਸੀਂ ਟੈਂਡਰ ਦਾ ਜਿਹੜਾ ਉਹ ਰੱਖਿਆ ਸੀਗਾ, ਜਿਹਦੇ ਵਾਸਤੇ ਅੱਜ ਐਸਡੀਐਮ ਸਾਹਿਬ, ਡੀਸੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਦੀ ਡਿਊਟੀ ਲਗਾਈ ਗਈ ਸੀਗੀ ਔਰ ਉਹਨਾਂ ਨੇ ਆਪਣੀ ਨਿਗਰਾਨੀ ਹੇਠ ਬੀਇੰਗ ਆਬਜ਼ਰਵਰ ਉਹਨਾਂ ਨੇ ਅੱਜ ਜਿਹੜਾ ਸਾਡਾ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਜਿਹੜੇ ਬਾਕੀ ਰਹਿ ਗਏ ਸੀਗੇ ਗਰੁੱਪ, ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਅੱਜ ਕੱਢਿਆ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਨ ਦੇ ਹੁਕਮ ਨੂੰ ਛਿੱਕੇ ਟੰਗਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਕਿਸਾਨਾਂ ਨੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਸਰਕਾਰੀ ਆਦੇਸ਼ ਦੀ ਅਣਦੇਖੀ ਕਰਕੇ ਇਸ ਸਮੇਂ ਤੋਂ ਪਹਿਲਾਂ ਝੋਨੇ ਦੀ ਬਿਜਾਈ ਨੂੰ ਕਿਸਾਨਾਂ ਦੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਦੇਰੀ ਨਾਲ ਬਿਜਾਈ ਤੋਂ ਬਾਅਦ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਬਿਜਾਈ ਲਈ 10 ਜੂਨ ਨਿਰਧਾਰਤ ਕੀਤੀ ਗਈ ਹੈ, ਪਰੰਤੂ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਕਿਸਾਨਾਂ ਨੇ ਸਰਕਾਰੀ ਹੁਕਮਾਂ ਦੀ ਪਰਵਾਹ ਨਾ ਕਰਦੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀ ਬਾਗਾ ਅਤੇ ਕਿਸਾਨ ਸੁਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਬਿਜਲੀ ਪਾਣੀ ਦੀ ਸਪਲਾਈ ਨਿਰਵਿਘਨ ਜਾਰੀ ਕਰੇ। ਉਹਨਾਂ ਕਿਹਾ ਕਿ ਇਸ ਵਾਰ ਕਰੋਨਾ ਮਹਾਮਾਰੀ ਦੇ ਚਲਦੇ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਵਿੱਚ ਚਲੇ ਗਏ ਹਨ ਅਤੇ ਝੋਨੇ ਦੀ ਬਿਜਾਈ ਕਰਨ ਵਾਲੇ ਮਜ਼ਦੂਰਾਂ ਦੀ ਕਮੀ ਹੋ ਗਈ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਮਜ਼ਦੂਰ ਝੋਨੇ ਦੀ ਬਿਜਾਈ ਹੌਲੀ-ਹੌਲੀ ਕਰਦੇ ਹਨ, ਜਿਸ ਦੇ ਨਾਲ ਬਿਜਾਈ ਵਿੱਚ ਕਾਫੀ ਸਮਾਂ ਲੱਗੇਗਾ ਅਤੇ ਬਾਅਦ ਵਿੱਚ ਮੰਡੀਆਂ ਵਿੱਚ ਫਸਲ ਵੇਚਣ ਵਿੱਚ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਅਸੀਂ ਪਹਿਲਾਂ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ। ਇਹ ਝੋਨਾ ਅਸੀਂ ਪਹਿਲਾਂ ਲਾਉਣਾ ਤਾਂ ਕਰਕੇ ਸਟਾਰਟ ਕੀਤਾ ਜੀ, ਕਿਉਂ ਫਿਰ ਲੇਬਰ ਦੀ ਖਿੱਚ ਪੈ ਜੂਗੀ, ਲੇਬਰ ਮਿਲਣੀ ਨਹੀਂ ਗਈ, ਅਸੀਂ ਆਪਦਾ ਖਰਚਾ ਕਰਕੇ ਝੋਨਾ ਲਾਉਣ ਪਹਿਲਾਂ ਇਸ ਕਰਕੇ ਲੱਗਿਆ ਕਿਉਂ ਸੂਇਆਂ 'ਚ ਨਹਿਰਾਂ 'ਚ ਪਾਣੀ ਹੈ ਨਹੀਂ ਗਈ, ਲਾਈਟ ਵੀ ਘੱਟ ਆਉਂਦੀ ਆ ਥੋੜ੍ਹੀ, ਇਸ ਕਾਰਨ ਅਸੀਂ ਆਖਿਆ ਵੀ ਫਿਰ ਲੇਬਰ ਦੀ ਖਿੱਚ ਪੈ ਜੂ, ਦਿੱਕਤ ਬਹੁਤ ਆਉਣੀ ਆ ਜੀ। ਲੇਬਰ ਬਾਹਰਲੀ ਆਈ ਨਹੀਂ ਐਤਕੀ, ਪਿੰਡ ਵਾਲੀ ਲੇਬਰ ਆਈ, ਇਹਦਾ ਕਰਕੇ ਸਾਨੂੰ ਤਾਂ ਕਰਕੇ ਪਹਿਲਾਂ ਲਾਉਣਾ ਪੈ ਰਿਹਾ ਝੋਨਾ ਜੀ। ਚਾਹੇ ਸਰਕਾਰ ਨੇ 10 ਤਰੀਕ ਲਾਣੀ ਹੈ, ਜਿਹੜੀ ਮੋਟਰਾਂ ਵਾਲੀ ਖੇਤੀ ਦੀ ਲਾਈਟ ਦੇਣੀ ਹੈ ਉਹ ਵੀ 10 ਤਰੀਕ ਤੋਂ ਦੇਣੀ ਹੈ, ਪਰ ਐਤਕੀ ਕਰੋਨਾ ਦੀ ਬਿਮਾਰੀ ਦੇ ਕਾਰਨ ਜਿਹੜੇ ਮਜ਼ਦੂਰ ਹੈ, ਪ੍ਰਵਾਸੀ ਮਜ਼ਦੂਰ ਹੈ, ਉਹ ਆਪਦੇ ਰਾਜਾਂ ਨੂੰ ਚਲੇ ਗਏ ਨੇ। ਸਾਡੇ ਪਿੰਡਾਂ ਵਾਲੇ ਮਜ਼ਦੂਰਾਂ ਦੇ ਜਿਹੜੇ ਮੰਨ ਲਓ ਉਹ ਥੋੜ੍ਹੇ ਕਹਿ ਲਓ ਚਾਹੇ ਘੱਟ ਲੱਗਣੀ ਹੈ ਉਹਨਾਂ ਤੋਂ, ਇਸ ਕਾਰਨ ਅਸੀਂ ਕੁਝ ਦਿਨ ਪਹਿਲਾਂ ਝੋਨਾ ਲਾਉਣਾ ਸ਼ੁਰੂ ਕੀਤਾ ਹੈ। ਮਜ਼ਦੂਰਾਂ ਪੱਖੋਂ ਕਿਸਾਨਾਂ ਦਾ ਜਿਹੜਾ ਝੋਨਾ ਉਹ ਐਤਕੀ ਪਸੜਨਾ ਹੈ, ਲੇਟ ਜਾਣਾ ਹੈਗਾ। ਇਹਦੇ ਨਾਲ ਕੁਝ ਕਿਸਮਾਂ ਐਸੀਆਂ ਝੋਨੇ ਦੀਆਂ ਜਿਹੜਾ ਲੰਮਾ ਸਮਾਂ ਲੈਂਦੀਆਂ, ਉਹ ਗਾਹਾਂ ਜਦੋਂ ਠੰਡ ਉਤਰੇ ਆਉਂਦੀ ਹੈ ਉਹਦੀ ਸਿੱਲ ਵੱਧਦੀ ਹੈ, ਵੇਚਣ ਵੇਲੇ ਸਮੱਸਿਆ ਆਉਂਦੀ ਹੈ, ਤੇ ਇਸ ਕਰਕੇ ਅਸੀਂ ਪਹਿਲਾਂ ਵੀ ਮੰਗ ਕਰਦੇ ਰਹੇ ਹਾਂ ਵੀ ਇਹ ਝੋਨਾ ਜਿਹੜਾ 1 ਤਰੀਕ ਤੋਂ ਐਲਾਨ ਕੀਤਾ ਜਾਵੇ, 1 ਤਰੀਕ ਤੋਂ ਲਾਈਟ ਦਿੱਤੀ ਜਾਵੇ। ਪਰ ਇਸ ਵਾਰੀ ਜਿਹੜੀ ਲਾਈਟ ਹੈ ਉਹ ਵੀ 10 ਤਰੀਕ ਤੋਂ ਕਰਤੀ ਤੇ ਨਹਿਰਾਂ ਦੇ ਵਿੱਚ ਪਾਣੀ ਵੀ ਬੰਦ ਕਰਤਾ ਇਹਨਾਂ ਨੇ ਜਾਣ ਕੇ। ਇਸ ਕਰਕੇ ਅਸੀਂ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਜਿਹੜਾ ਝੋਨਾ ਹੈ ਅਸੀਂ ਲਾਉਣਾ ਸ਼ੁਰੂ ਕਰ ਦਿੱਤਾ ਹੈਗਾ। ਵੱਡੀ ਪੱਧਰ ਤੇ ਜਿਹੜੀ ਲੇਬਰ ਦੀ ਸਮੱਸਿਆ ਬਣੀ ਖੜੀ, ਅਸੀਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੂੰ ਇਹ ਤੋਂ ਪਹਿਲਾਂ ਛੋਟ ਦੇਣੀ ਚਾਹੀਦੀ ਸੀਗੀ। ਕਿਸਾਨ ਝੋਨੇ ਦੀ ਬਿਜਾਈ ਸਮੇਂ ਤੋਂ ਪਹਿਲਾਂ ਕਰਨਾ ਜਿੱਥੇ ਆਪਣੀ ਮਜਬੂਰੀ ਦੱਸ ਰਹੇ ਹਨ, ਉੱਥੇ ਹੀ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਉੱਤੇ ਅਧਿਕਾਰੀਆਂ ਨੂੰ ਚੇਤਾਵਨੀ ਵੀ ਦੇ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਖੇਤੀਬਾੜੀ ਵਿਭਾਗ ਜਾਂ ਪ੍ਰਸ਼ਾਸਨ ਖੇਤ ਵਿੱਚ ਲਗਾਇਆ ਝੋਨਾ ਨਸ਼ਟ ਕਰਦੇ ਹਨ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉੱਥੇ ਹੀ ਉਸ ਦਾ ਘਿਰਾਓ ਕਰ ਨਾਅਰੇਬਾਜ਼ੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਆਪਣੇ ਖੇਤ ਵਿੱਚ ਬੀਜੀ ਗਈ ਫਸਲ ਨਸ਼ਟ ਨਹੀਂ ਕਰਨ ਦੇਵਾਂਗੇ। ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਵੀ ਜੇ ਕੋਈ ਅਧਿਕਾਰੀ ਆਉਂਦਾ, ਖੇਤੀਬਾੜੀ ਮਹਿਕਮਾ ਆਉਂਦਾ ਜਾਂ ਪ੍ਰਸ਼ਾਸਨ ਆਉਂਦਾ ਹੈ, ਕਿਸੇ ਦਾ ਝੋਨਾ ਖੇਤ 'ਚ ਲੱਗਿਆ ਵਾਹੁਣ ਆਊਗਾ
ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ, ਕਿਉਂਕਿ ਅਸੀਂ ਉੱਥੇ ਉਹਦਾ ਘਰਾਓ ਕਰਾਂਗੇ, ਉਹਦੇ ਖਿਲਾਫ ਨਾਅਰੇਬਾਜ਼ੀ ਕਰਾਂਗੇ। ਅਸੀਂ ਆਪਦੇ ਖੇਤ 'ਚ ਬੀਜੀ ਹੋਈ ਫਸਲ ਕਿਉਂ ਵਾਹੁਣ ਦੇਵਾਂਗੇ? ਕਿਸੇ ਦਾ ਕੀ ਅਧਿਕਾਰ ਹੈ ਵੀ ਕਿਸਾਨ ਦੇ ਖੇਤ 'ਚੋਂ ਫਸਲ ਵਾਹੇ ਉਹ ਜਾ ਕੇ? ਠੀਕ ਹੈ, ਉਹ ਲਾਈਟ ਨਹੀਂ ਦਿੰਦੇ, ਉਹ ਵੱਖਰੀ ਗੱਲ ਹੈ, ਪਰ ਅਸੀਂ ਖੇਤ ਦੇ ਵਿੱਚ ਫਸਲ ਤਾਂ ਬੀਜ ਸਕਦੇ ਨਾ। ਕਿਸੇ ਵੀ ਅਧਿਕਾਰੀ ਨੂੰ ਅਸੀਂ ਖੇਤ 'ਚ ਵੜਨ ਨਹੀਂ ਦੇਵਾਂਗੇ। ਫਿਲਹਾਲ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਕਰਨ ਦੇ ਹੁਕਮਾਂ ਨੂੰ ਠੇਂਗਾ ਵਿਖਾਉਂਦੇ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਗਾ ਵਿੱਚ ਕਿਸਾਨਾਂ ਨੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਅਧਿਕਾਰੀਆਂ ਦੇ ਸ਼ਾਂਤਮਈ ਘਿਰਾਓ ਦੀ ਵੀ ਚੇਤਾਵਨੀ ਦੇ ਦਿੱਤੀ ਹੈ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ। ਦੇਸ਼ ਦੀਆਂ ਸਰਹੱਦਾਂ ਤੇ ਤੈਨਾਤ ਫੌਜੀ ਜਵਾਨਾਂ ਦੇ ਕਰਕੇ ਹੀ ਅੱਜ ਸਾਰੇ ਦੇਸ਼ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀ ਏਕਤਾ ਕਪੂਰ ਦੀ ਵੈਬ ਸੀਰੀਜ਼ ਦਾ ਟ੍ਰੇਲਰ ਆਇਆ ਹੈ, ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸਾਬਕਾ ਫੌਜੀਆਂ ਵੱਲੋਂ ਇਸ ਵੈਬ ਸੀਰੀਜ਼ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਗਿਆ ਹੈ। ਦੋਸ਼ ਹੈ ਕਿ ਇਸ ਟ੍ਰੇਲਰ ਵਿੱਚ ਫੌਜੀਆਂ ਦੀਆਂ ਪਤਨੀਆਂ ਦੇ ਚਰਿੱਤਰ ਨੂੰ ਲੈ ਕੇ ਉਂਗਲੀ ਉਠਾਈ ਗਈ ਹੈ। ਸਾਬਕਾ ਫੌਜੀਆਂ ਵੱਲੋਂ ਏਕਤਾ ਕਪੂਰ ਦਾ ਨਾ ਸਿਰਫ ਪੁਤਲਾ ਫੂਕਿਆ ਗਿਆ, ਬਲਕਿ ਉਸ ਵਿਰੁੱਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। एक दिन पहला एकता कपूर ने एक वैब सीरीज़ 222X लॉन्च की है, जिहदा उन्हें ट्रेलर जारी किया। वो ट्रेलर दे विच उन्हें दस्सिया कि एक आर्मी अफसर की वाइफ जदों वो बॉर्डर ते अपनी ड्यूटी ते तैनात है तो उहदी जिहड़ी वाइफ है वो अपने प्रेमी नाल रंग रलियां मनाउंदी है और इत्थों तक कि जिहड़ा वो अफसर की यूनीफॉर्म है वो अपने प्रेमी दे पवा के ਉਹਦੇ ਨਾਲ ਖੇਡਦੀ ਆ ਔਰ ਉਹਨੂੰ ਪਾੜਦੀ ਆ। ਪਾੜ ਕੇ ਉਹ ਜਿਹੜਾ ਅਸ਼ੋਕਾ ਪਿੱਲਰ ਹੈ ਤੇ ਤਾਜ ਹੈ ਯੂਨੀਫਾਰਮ ਦੇ ਉੱਤੇ ਲੱਗਿਆ ਹੋਇਆ, ਉਹਨੂੰ ਪੈਰਾਂ ਵਿੱਚ ਰੋਲਦੀ ਆ। ਮੈਂ ਪੁੱਛਣਾ ਚਾਹੁੰਦਾ ਕਿ ਕੀ ਏਕਤਾ ਕਪੂਰ ਕੋਲੇ ਪੈਸਿਆਂ ਦੀ ਕਮੀ ਹੈ ਕਿ ਉਹ ਇਹ ਜਿਹੀਆਂ ਘਟੀਆਂ ਹਰਕਤਾਂ ਦੇ ਉੱਤਰ ਆਈ? ਅੱਜ ਦੇਸ਼ ਦੀਆਂ ਫੌਜਾਂ ਚਾਈਨਾ ਨਾਲ ਲੜ ਰਹੀਆਂ ਨੇ, ਦੇਸ਼ ਦੀਆਂ ਫੌਜਾਂ ਲਗਾਤਾਰ ਪਾਕਿਸਤਾਨ ਨਾਲ ਲੜ ਰਹੀਆਂ ਨੇ। ਕਿ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਉਹਨਾਂ ਦੀਆਂ ਪਤਨੀਆਂ ਨੂੰ ਉਹ ਇਹੋ ਜਿਹੇ ਘਟੀਆ ਐਲੀਗੇਸ਼ਨ ਲਾਉਂਦੀ ਆ? ਮੈਂ ਪੁਰਜੋਰ ਮੰਗ ਕਰਦਾ ਸਰਕਾਰ ਤੋਂ ਕਿ ਤੁਰੰਤ ਇਹੋ ਜਿਹੀ ਪ੍ਰੋਡਿਊਸਰ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ, ਕਿਉਂਕਿ ਉਹਦੇ ਇਹੋ ਜਿਹੇ ਐਕਟ ਨਾਲ, ਕਿਉਂਕਿ ਜਿਹੜੀਆਂ ਫੌਜੀਆਂ ਦੀਆਂ ਪਤਨੀਆਂ ਨੇ ਉਹ ਬਹੁਤ ਪਵਿੱਤਰ ਨੇ, ਕਿਉਂਕਿ ਉਹ ਫੌਜੀ ਦੇਸ਼ ਦੀਆਂ ਸਰਹੱਦਾਂ ਤੇ ਡਿਊਟੀ ਕਰਦਾ ਔਰ ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਬੱਚਿਆਂ ਨੂੰ ਪਾਲਦੀਆਂ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ, ਉਹਨਾਂ ਦੇ ਮਾਂ-ਬਾਪ ਨੂੰ ਦੇਖ ਰੇਖ ਕਰਦੀਆਂ ਨੇ। ਔਰ ਵੱਡੀ ਗੱਲ ਕਿ ਉਹ ਜਿਹੜੀ ਦੂਰੀ ਦਾ ਜਿਹੜਾ ਉਹ ਸੰਤਾਪ ਭੋਗਦੀਆਂ ਨੇ ਬਚਪਨ ਤੋਂ ਲੈ ਕੇ। ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇਹੋ ਜਿਹੇ ਘਟੀਆ ਪ੍ਰੋਡਿਊਸਰ ਨੂੰ, ਜਿਹਨੇ ਦੇਸ਼ ਦੀ ਜਿਹੜੀ ਕਰੀਮ ਹੈ, ਦੇਸ਼ ਦੀ ਜਿਹੜੀ ਅਣਪਿੱਛ ਜਿਹੜੀ ਕਮਿਊਨਿਟੀ ਹੈ, ਜਿਹੜੇ ਕਿਸੇ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਂਦੇ, ਜਿਹੜੇ ਬਿਲਕੁਲ ਸੱਚੇ ਸੁੱਚੇ ਮਨ ਨਾਲ ਦੇਸ਼ ਦੀ ਰਾਖੀ ਕਰਦੇ ਨੇ, ਉਹ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਦੇ ਨੇ ਔਰ ਸਾਰੇ ਲੋਕ ਜਿਹੜੇ ਹਿੰਦੁਸਤਾਨ ਦੇ ਨੇ ਉਹ ਆਰਾਮ ਦੀ ਨੀਂਦ ਸੌਂਦੇ ਨੇ। ਕਿਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਤੁਸੀਂ ਅੱਜ? ਅਸੀਂ ਅੱਜ ਉਹਦਾ ਪੁਤਲਾ ਫੂਕਿਆ ਔਰ ਮੈਂ ਜਿਹੜਾ ਥਾਣਾ ਸਿਟੀ 2 ਹੈ, ਮਾਨਯੋਗ SSP ਸਾਹਿਬ ਬਰਨਾਲਾ ਨੂੰ ਦਰਖਾਸਤ ਦੇਣ ਜਾ ਰਿਹਾ ਕਿ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਔਰ ਮੈਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਆ ਮੇਰੇ ਸਪੂਤ ਸਾਬਕਾ ਫੌਜੀ ਵੀਰ ਖੜੇ ਨੇ, ਇਹਨਾਂ ਵੱਲੋਂ ਔਰ ਪੰਜਾਬ ਦੇ 3,25,000 ਸਾਬਕਾ ਫੌਜੀਆਂ ਵੱਲੋਂ ਇਹਦਾ ਪੁਰਜ਼ੋਰ ਵਿਰੋਧ ਕਰਦਾ ਔਰ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਇਹੋ ਜਿਹੀ ਪ੍ਰੋਡਿਊਸਰ ਨੂੰ ਇਮੀਡੀਏਟਲੀ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ। ਜੇ ਕਾਰਵਾਈ ਨਹੀਂ ਹੁੰਦੀ ਤਾਂ ਫੌਜੀ ਵਿੰਗ ਕੀ ਕਰੂਗਾ? ਜੇ ਕਾਰਵਾਈ ਨਹੀਂ ਹੁੰਦੀ ਤਾਂ ਜਿਹੜਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਹੈ ਇਹ ਵੱਡਾ ਸੰਘਰਸ਼ ਵਿੱਢੇਗਾ। ਔਰ ਮੈਂ ਦੱਸ ਦਿਆਂ ਕਿ ਅਸੀਂ ਸੈਨਿਕ ਵਿੰਗ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ DC ਸਾਹਿਬ ਨੂੰ ਮੈਮੋਰੈਂਡਮ ਦੇਵਾਂਗੇ, ਉਸ ਤੋਂ ਬਾਅਦ ਅਗਲੀ ਰੂਪਰੇਖਾ ਲਿਖੀ ਜਾਏਗੀ। ਅਨਲੌਕ ਦੇ ਸ਼ੁਰੂ ਹੁੰਦਿਆਂ ਹੀ ਹੁਣ ਕੁਝ ਉਦਯੋਗ ਸ਼ੁਰੂ ਹੋ ਗਏ ਹਨ, ਜਿਸ ਤੋਂ ਬਾਅਦ ਘੱਗਰ ਦਰਿਆ ਵਿੱਚ ਇੱਕ ਵਾਰ ਫਿਰ ਕੈਮੀਕਲ ਯੁਕਤ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਮਾਨਸਾ ਦੇ ਕਸਬਾ ਸਰਦੂਲਗੜ੍ਹ ਦੇ ਲੋਕਾਂ ਵੱਲੋਂ ਇਸ ਵਿਰੁੱਧ ਆਵਾਜ਼ ਉਠਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਉਹਨਾਂ ਨੂੰ ਇਸ ਮੁਸੀਬਤ ਤੋਂ ਰਾਹਤ ਤਾਂ ਮਿਲ ਗਈ ਸੀ, ਪਰ ਹੁਣ ਇੱਕ ਵਾਰ ਫਿਰ ਇਹ ਵਿਪਤਾ ਆ ਖੜੀ ਹੋਈ ਹੈ।
ਇਨਸਾਨ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਪਾਣੀ। ਇਸ ਨੂੰ ਗੁਰਬਾਣੀ ਵਿੱਚ ਵੀ ਪਿਤਾ ਦਾ ਦਰਜਾ ਦਿੱਤਾ ਗਿਆ ਹੈ, ਪਰ ਇਸ ਪਾਣੀ ਨੂੰ ਫੈਕਟਰੀਆਂ ਵੱਲੋਂ ਲਗਾਤਾਰ ਗੰਦਲਾ ਕੀਤਾ ਜਾ ਰਿਹਾ ਹੈ। ਕੁਝ ਇਹੀ ਹਾਲ ਹੈ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਨੇੜਿਓਂ ਲੰਘਣ ਵਾਲੇ ਘੱਗਰ ਦਰਿਆ ਦਾ, ਜਿਸ ਦਾ ਪਾਣੀ ਫੈਕਟਰੀਆਂ ਦੇ ਕੈਮੀਕਲ ਯੁਕਤ ਪਾਣੀ ਨਾਲ ਮਿਲ ਕੇ ਦੂਸ਼ਿਤ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਉਹਨਾਂ ਨੂੰ ਇਸ ਤੋਂ ਰਾਹਤ ਮਿਲੀ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਕੈਮੀਕਲ ਯੁਕਤ ਪਾਣੀ ਘੱਗਰ ਵਿੱਚ ਆਉਣਾ ਸ਼ੁਰੂ ਹੋ ਗਿਆ। ਇਸ ਨੂੰ ਆਸ-ਪਾਸ ਦੇ ਪਿੰਡ ਦੇ ਲੋਕ ਕਾਲੇ ਪਾਣੀ ਦੀ ਸਜ਼ਾ ਦੱਸ ਰਹੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਮਾਜ ਸੇਵੀ ਬਿਕਰਜੀਤ ਸਿੰਘ ਨੇ ਦੱਸਿਆ ਕਿ ਉਹ ਇਸ ਕਾਲੇ ਪਾਣੀ ਸਜ਼ਾ ਨੂੰ ਪਿਛਲੇ ਦਹਾਕਿਆਂ ਤੋਂ ਭੁਗਤ ਰਹੇ ਨੇ, ਪਰ ਹੁਣ ਲਾਕਡਾਊਨ ਦੌਰਾਨ ਇਸ ਤੋਂ ਉਹਨਾਂ ਨੂੰ ਪੇਰੋਲ ਮਿਲ ਗਈ ਸੀ ਅਤੇ ਅਨਲੌਕ ਦੇ ਸ਼ੁਰੂ ਹੁੰਦਿਆਂ ਹੀ ਉਹਨਾਂ ਦੀ ਪੇਰੋਲ ਖਤਮ ਹੋ ਗਈ ਹੈ। ਇਹ ਕਾਲੇ ਪਾਣੀ ਦੀ ਸਜ਼ਾ ਜਿਹੜੀ ਅਸੀਂ ਪਿਛਲੇ 10 ਸਾਲ ਤੋਂ ਭੁਗਤ ਰਹੇ ਹਾਂ। ਲਾਕਡਾਊਨ ਦੇ ਦੌਰਾਨ ਸਾਨੂੰ ਇਸ ਕਾਲੇ ਪਾਣੀ ਤੋਂ ਪੈਰੋਲ ਮਿਲੀ ਸੀ। ਹੁਣ ਲਾਕਡਾਊਨ ਖਤਮ ਹੋਣ ਦੇ ਨਾਲ ਸਾਡੀ ਪੈਰੋਲ ਖਤਮ ਹੋ ਗਈ ਹੈ ਤੇ ਇਹ ਕਾਲੇ ਪਾਣੀ ਦੀ ਸਜ਼ਾ ਜਿਹੜੀ ਆ ਸਾਡੇ ਲਈ ਦੁਬਾਰਾ ਸ਼ੁਰੂ ਹੋ ਗਈ ਹੈ। ਇੱਥੋਂ ਦੇ ਜਿਹੜੇ ਕਾਰਪੋਰੇਟ ਘਰਾਣੇ ਹੈ, ਹਕੂਮਤਾਂ ਨੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰਲ ਕੇ ਸਾਡੇ ਲਈ ਖੁੱਲੀ ਕਾਲੇ ਪਾਣੀ ਦੀ ਜੇਲ੍ਹ ਹੈ ਜਿਹੜੀ ਉਹ ਇੱਥੇ ਹੀ ਬਣਾ ਦਿੱਤੀ ਹੈ ਤੇ ਉਹ ਸਾਨੂੰ ਲਾਕਡਾਊਨ ਦੇ ਦੌਰਾਨ 2 ਮਹੀਨਿਆਂ ਦੀ ਪੈਰੋਲ ਮਿਲੀ ਸੀ ਤੇ ਉਹ ਪੈਰੋਲ ਖਤਮ ਹੋਣ ਤੋਂ ਬਾਅਦ ਅੱਜ ਇਹ ਦੁਬਾਰਾ ਕਾਲਾ ਪਾਣੀ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਇਹਦੇ ਲਈ ਨਿਰੋਲ ਰੂਪ ਦੇ ਵਿੱਚ ਇਕੱਲੇ ਇੰਡਸਟਰੀਲਿਸਟ ਜ਼ਿੰਮੇਵਾਰ ਨੇ, ਕਿਉਂਕਿ ਜਿਹੜਾ ਸੀਵਰੇਜ ਦਾ ਪਾਣੀ ਤਾਂ ਇਹਦੇ 'ਚ ਪਹਿਲਾਂ ਵੀ ਪੈ ਰਿਹਾ ਸੀਗਾ। ਇਸ ਕਰਕੇ ਜਿਹੜਾ ਵਾਤਾਵਰਨ ਦਾ ਜੋ ਇੰਡਸਟਰੀਅਲ ਐਕਟ ਹੈ ਉਹ ਪੂਰੀ ਕਿਤੇ ਵੀ ਲਾਗੂ ਨਹੀਂ ਹੈ, ਉਹ ਸਿਰਫ ਸੰਵਿਧਾਨ ਦੇ ਵਿੱਚ ਦਰਜ ਹੈ। ਇਸੇ ਤਰ੍ਹਾਂ ਹੀ ਸਥਾਨਕ ਸ਼ਹਿਰ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਘੱਗਰ ਦਾ ਪਾਣੀ ਬਿਲਕੁਲ ਸਾਫ਼ ਹੋ ਗਿਆ ਸੀ, ਪਰ ਹੁਣ ਇੱਕ ਵਾਰ ਫੇਰ ਫੈਕਟਰੀਆਂ ਦੇ ਦੂਸ਼ਿਤ ਪਾਣੀ ਨਾਲ ਇਹ ਪਾਣੀ ਗੰਦਲਾ ਹੋ ਗਿਆ ਹੈ। ਇਹ ਕਾਲਾ ਪਾਣੀ ਜੋ ਆ ਰਿਹਾ ਜੀ 6-7 ਮਹੀਨੇ ਪਹਿਲਾਂ ਬਿਲਕੁਲ ਐਵੇਂ ਪਾਣੀ ਆ ਰਿਹਾ ਸੀਗਾ ਤੇ ਕਰੀਬ 2 ਕੁ ਮਹੀਨੇ 3 ਕੁ ਮਹੀਨੇ ਸਾਨੂੰ ਨਿਜਾਤ ਮਿਲੀ ਸੀ ਇਸ ਕਾਲੇ ਪਾਣੀ ਤੋਂ। ਬਿਲਕੁਲ ਸਾਫ਼ ਪਾਣੀ ਹੋ ਗਿਆ ਸੀ, ਬਿਲਕੁਲ ਭਾਖੜਾ ਦੀ ਤਰ੍ਹਾਂ। ਹੁਣ ਫਿਰ ਦੁਬਾਰਾ ਫੈਕਟਰੀਆਂ ਦਾ ਗੰਦਾ ਪਾਣੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਆ ਰਿਹਾ ਹੈ ਤੇ ਲਗਭਗ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ, ਕਿਉਂਕਿ ਇੱਥੇ ਇੰਨਾ ਮੁਸ਼ਕ ਫੈਲ ਜਾਂਦਾ ਇਸ ਪਾਣੀ ਨਾਲ ਤੇ ਲੋਕਾਂ ਨੂੰ ਰੋਟੀ ਖਾਣੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ। ਮੋਸਟਲੀ ਕਾਲਾ ਪੀਲੀਆ ਸਾਡੇ ਪਿੰਡਾਂ ਵਿੱਚ ਇੰਨਾ ਫੈਲ ਚੁੱਕਿਆ ਜਿਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਤੇ ਸਰਕਾਰ ਅੱਗੇ ਮੈਂ ਬੇਨਤੀ ਕਰਦਾ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਪਲੱਸ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਮਿਲ ਜੁਲ ਕੇ ਇਸ ਖਿਲਾਫ ਬੋਲਿਆ ਜਾਵੇ। ਲਾਕਡਾਊਨ ਦੇ ਦੌਰਾਨ ਇਹ ਪਾਣੀ ਬੰਦ ਰਿਹਾ, ਹੁਣ ਫਿਰ ਸਟਾਰਟ ਹੋ ਗਿਆ ਜਦੋਂ ਆਮ ਲੋਕ ਵਿਚਰਨ ਲੱਗ ਪਏ ਨੇ ਸਾਰੇ ਤੇ ਔਰ ਫੈਕਟਰੀਆਂ ਵਾਲੇ ਜੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜੂਤ ਮਾਰਨੇ ਚਾਹੀਦੇ ਨੇ, ਚਾਹੇ ਉਹ ਕੋਰਟ ਦੇ ਥਰੂ ਹੋਣ, ਚਾਹੇ ਕੋਈ ਉਹਨਾਂ ਦੇ ਕੋਈ ਪਰਸਨਲ ਤੌਰ ਤੇ ਜਿਹੜਾ ਹੈਗਾ ਕਲੇਮ ਕੀਤਾ ਜਾਵੇ, ਤਾਂ ਜੋ ਲੋਕ ਮਰ ਰਹੇ ਨੇ ਉਹਨਾਂ ਬਾਰੇ ਗੌਰ ਹੋ ਸਕੇ। ਔਰ ਮੈਂ ਲੀਡਰਾਂ ਨੂੰ ਕਹਿਣਾ ਜੀ ਵੀ ਆਪਦੀ ਜ਼ਮੀਰ ਨੂੰ ਜਗਾਉਣ, ਉਹ ਵੀ ਫੈਕਟਰੀਆਂ ਦੇ ਨਾਲ ਜਿਹੜੀ ਆਪਦੀ ਜ਼ਮੀਰ ਉਹਨਾਂ ਦੀ ਮਰੀ ਹੈ ਉਹਨਾਂ ਨੂੰ ਜਗਾਉਣ ਔਰ ਇਲਾਕੇ ਦੇ ਲੋਕ ਜਿਹੜੇ ਮਰ ਰਹੇ ਨੇ ਉਹਨਾਂ ਨੂੰ ਬਚਾਉਣ। ਪੰਜਾਬ ਅੰਦਰ ਪਾਣੀ ਦਾ ਪੱਧਰ ਪਹਿਲਾਂ ਹੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਦੇ ਨਾਲ ਕੁਝ ਕੈਮੀਕਲ ਫੈਕਟਰੀਆਂ ਵੱਲੋਂ ਦੂਸ਼ਿਤ ਪਾਣੀ ਦਰਿਆਵਾਂ, ਨਦੀਆਂ ਵਿੱਚ ਸੁੱਟ ਕੇ ਸਾਫ਼ ਪਾਣੀ ਨੂੰ ਵੀ ਖਰਾਬ ਕੀਤਾ ਜਾ ਰਿਹਾ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਾਨਸਾ ਤੋਂ ਪੱਤਰਕਾਰ ਜਗਦੀਸ਼ ਬਾਂਸਲ ਦੀ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਦੇ ਕਰਮਚਾਰੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਲਈ 175 ਕੁਇੰਟਲ ਕਣਕ ਦੀਆਂ ਭਰੀਆਂ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਸ਼ੌਰੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੌਰੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਪ੍ਰਧਾਨ ਰੁਪਿੰਦਰ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਦੇਸ਼ਾਂ ਉੱਤੇ ਪੂਰੇ ਪੰਜਾਬ ਤੋਂ ਕਣਕ ਦੀ ਸੇਵਾ ਵੱਖ-ਵੱਖ ਗੁਰਦੁਆਰਾ ਸਾਹਿਬਾਂ ਲਈ ਭੇਜੀ ਜਾ ਰਹੀ ਹੈ, ਕਿਉਂਕਿ ਕਰੋਨਾ ਮਹਾਮਾਰੀ ਦੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਲਈ ਲਗਾਤਾਰ ਲੰਗਰ ਸੇਵਾ ਜਾਰੀ ਰੱਖੀ ਗਈ ਸੀ ਅਤੇ ਅੱਜ ਵੀ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਅਸੀਂ ਹਲਕੇ ਦੀ ਸਾਰੇ ਸਹਿਯੋਗ ਨਾਲ ਤਕਰੀਬਨ ਪੌਣੇ 200 ਕੁਇੰਟਲ ਦੇ ਕਰੀਬ ਜਿਹੜੀ ਕਣਕ ਅਸੀਂ ਲੰਗਰ ਦੀ ਸੇਵਾ ਲਈ ਭੇਜ ਰਹੇ ਹਾਂਗੇ। ਇਹ ਕਰੋਨਾ ਮਹਾਮਾਰੀ ਦੇ ਦੌਰਾਨ ਚੱਲਦੇ ਤਕਰੀਬਨ ਸਰਕਾਰਾਂ ਤੋਂ ਵੀ ਜਿੱਥੇ ਨਹੀਂ ਹੋ ਸਕਿਆ ਉੱਥੇ ਸ਼੍ਰੋਮਣੀ ਕਮੇਟੀ ਨੇ ਅਟੁੱਟ ਜਿਹੜੇ ਲੰਗਰ ਵਰਤਦੇ ਰਹੇ ਆ। ਜਿੱਥੇ ਵੀ ਕੋਈ ਲੋੜਵੰਦ ਸੰਗਤ ਤੱਕ ਉਹ ਲੰਗਰ ਪਹੁੰਚਦੇ ਰਹੇ ਆ। ਅੱਗੇ ਲਈ ਵੀ ਇਹ ਲੰਗਰ ਜਿਹੜੇ ਨਿਰੰਤਰ ਚੱਲਦੇ ਰਹਿਣਗੇ। ਇਹਦੇ ਲਈ ਸਾਰੇ ਹਲਕਿਆਂ ਦੇ ਵਿੱਚੋਂ ਕਣਕ ਦੀ ਸੇਵਾ ਜਿਹੜੀ ਭੇਜੀ ਜਾ ਰਹੀ ਹੈਗੀ। ਬਹੁਤ ਖੁਸ਼ੀ ਹੈ ਜੀ ਜੋ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਆ। ਇਹ ਬਹੁਤ ਸੰਗਤਾਂ ਦੀ ਮੰਗ ਸੀਗੀ, ਪਰ ਸਰਕਾਰ ਨੂੰ ਪਹਿਲਾਂ ਹੀ ਇਹ ਖੋਲ੍ਹ ਦੇਣੇ ਚਾਹੀਦੇ ਸੀ। ਠੇਕੇ ਪਹਿਲਾਂ ਖੋਲ੍ਹਤੇ ਸਰਕਾਰ ਨੇ ਤੇ ਧਾਰਮਿਕ ਸਥਾਨ ਬਾਅਦ 'ਚ ਖੋਲ੍ਹੇ ਜਾ ਰਹੇ ਨੇ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਜਾਂ ਗੁਰੂ ਘਰਾਂ ਨੇ
ਇਹ ਔਖੇ ਸਮੇਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਮਹਾਮਾਰੀ ਦੌਰਾਨ ਬਹੁਤ ਵੱਡੀ ਸੇਵਾ ਜਿਹੜੀ ਗੁਰੂ ਘਰਾਂ ਨੇ ਕੀਤੀ ਹੈ, ਜਿੱਥੇ ਲੋੜਵੰਦਾਂ ਨੂੰ ਲੱਖਾਂ ਹੀ ਲੋਕਾਂ ਨੂੰ ਲੰਗਰ ਛਕਾਇਆ ਗਾ ਤੇ ਲੋੜਵੰਦਾਂ ਨੂੰ ਹਰ ਤਰ੍ਹਾਂ ਦਾ ਰਾਸ਼ਨ ਵਰਤਾਇਆ, ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ। ਸੋ ਇਹ ਸਾਰੇ ਰਲ ਮਿਲ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਟੀਮ ਸਾਰੀ ਅਸੀਂ ਰਲ ਮਿਲ ਕੇ ਇਹ ਸੇਵਾ ਜਿਹੜੀ ਹਰਿਮੰਦਰ ਸਾਹਿਬ ਵਾਸਤੇ ਅੱਜ ਭੇਜੀ ਜਾ ਰਹੀ ਹੈ। ਨਾਜ ਸਾਡੇ ਹਲਕਾ ਇੰਚਾਰਜ ਸਾਹਿਬ ਕੁਲਵੰਤ ਸਿੰਘ ਜੀ ਕੀਤੂ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਇਸ ਭੀੜ ਦੇ ਸਮੇਂ 'ਚ ਜਿੰਨੀ ਮਿਹਨਤ ਕੀਤੀ ਹੈ, ਜੋ ਗੱਲ ਕਹੀ ਸੀ ਸਾਡੇ ਪੁਰਖਿਆਂ ਨੇ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਉਹ 'ਤੇ ਚੱਲਦੇ ਹੋਏ ਆਪਣੀ ਦਸਾਂ ਨਹੁੰ ਦੀ ਕਿਰਤ ਕਮਾਈ ਦੇ ਵਿੱਚੋਂ ਹਰੇਕ ਗੁਰਸਿੱਖ ਨੇ, ਹਰੇਕ ਪੰਜਾਬੀ ਨੇ, ਹਰੇਕ ਭਾਈਚਾਰਾ ਸਾਂਝ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਜਿੱਥੇ ਜਿੱਥੇ ਜ਼ਰੂਰਤ ਸੀ ਉੱਥੇ ਜ਼ਰੂਰਤਮੰਦਾਂ ਨੂੰ ਖਾਣਾ ਵੀ ਪਹੁੰਚਾਇਆ ਔਰ ਨਕਦੀ ਵੀ ਦਿੱਤੀ ਔਰ ਰਾਸ਼ਨ ਪਾਣੀ ਵੀ ਦਿੱਤਾ। ਜਿੱਥੇ ਤੱਕ ਕਰੋਨਾ ਮਹਾਮਾਰੀ ਦਾ ਜਦੋਂ ਦੌਰ ਚੱਲ ਰਿਹਾ ਹੈ, ਪਿਛਲੇ ਤਕਰੀਬਨ ਲਗਭਗ 2.5-3 ਮਹੀਨੇ ਹੋ ਗਏ ਨੇ, ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਵਰਕਰ, ਚਾਹੇ ਉਹ ਪਿੰਡਾਂ 'ਚੋਂ ਆ ਚਾਹੇ ਸ਼ਹਿਰ 'ਚੋਂ ਆ, ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਜੋ ਵੀ ਲੋੜਵੰਦ ਲੋਕ ਸੀਗੇ, ਲੋੜਵੰਦ ਪਰਿਵਾਰ ਸੀਗੇ, ਉਹਨਾਂ ਦੀ ਸੇਵਾ ਲਈ ਲੱਗਿਆ ਹੋਇਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੁਕਮ ਸੀ ਕਿ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦਾ ਇਕੱਲਾ ਵਰਕਰ ਲੋਕਾਂ ਦੀ ਸੇਵਾ 'ਚ ਡਟ ਜਾਓ। ਔਰ ਜਿਹੜੀ ਇਹ ਕਣਕ ਭੇਜੀ ਜਾ ਰਹੀ ਆ, ਇਹ ਇਕੱਲੇ ਸ਼ਹਿਰਾਂ 'ਚੋਂ, ਇਕੱਲੇ ਪਿੰਡਾਂ 'ਚੋਂ ਨਹੀਂ, ਸ਼ਹਿਰਾਂ 'ਚੋਂ ਵੀ ਸਾਡੇ ਜਿੰਨੇ ਵੀ ਸਾਡੇ ਵਰਕਰ ਨੇ, ਜਿੰਨੇ ਸਾਡੇ ਉਰੇ ਲੋਕ ਨੇ, ਪੂਰੇ ਹਲਕੇ 'ਚੋਂ ਕੁਲਵੰਤ ਸਿੰਘ ਕੀਤੂ ਜੀ ਦੀ ਅਗਵਾਈ 'ਚ ਬਰਨਾਲਾ ਹਲਕੇ ਤੋਂ ਇਕੱਠੀ ਕਰਕੇ ਭੇਜੀ ਜਾ ਰਹੀ ਹੈ। ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਮੁੱਖ ਮੰਤਰੀ ਪੰਜਾਬ ਫੇਸਬੁੱਕ ਤੇ ਹੋਏ ਲਾਈਵ, ਕਈ ਅਹਿਮ ਮੁੱਦਿਆਂ ਤੇ ਕੀਤੀ ਚਰਚਾ। ਪੰਜਾਬ ਦੀ ਸਿਆਸਤ 'ਚ ਸਿੱਧੂ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹੋਈਆਂ ਤੇਜ਼। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹਨ ਪਾਰਟੀ ਦਾ ਹਿੱਸਾ। ਅੰਮ੍ਰਿਤਸਰ 'ਚ ਨੌਜਵਾਨਾਂ ਵੱਲੋਂ ਖੌਫਨਾਕ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। ਨੌਜਵਾਨ ਦੀ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ। ਪੁਲਿਸ ਵੱਲੋਂ ਮਾਮਲਾ ਕੀਤਾ ਗਿਆ ਦਰਜ। ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦਿਆਂ ਕਿਸਾਨਾਂ ਨੇ ਸ਼ੁਰੂ ਕੀਤੀ ਝੋਨੇ ਦੀ ਬਿਜਾਈ। ਮਾਨਸਾ ਦੇ ਪਿੰਡ ਭੈਣੀ ਬਾਗਾ ਵਿੱਚ ਕੀਤੀ ਝੋਨੇ ਦੀ ਬਿਜਾਈ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। The show is sponsored by Ashoka Tandoori Range. Enjoy the Indian taste.